ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਅੱਜ ਤੁਹਾਡੇ ਨਾਲ ਜਮਾਤ 6ਵੀਂ ਦਾ ਚੈਪਟਰ 14 ਪ੍ਰਯੋਗਿਕ ਜਿਆਮਤੀ ਪ੍ਰੈਕਟੀਕਲ ਜਿਓਮੈਟਰੀ ਉਹ ਸਾਂਝਾ ਕਰਨ ਜਾ ਰਹੇ ਹਾਂ। ਤੇ ਜੋ ਨਾਂ ਸੁਜੈਸਟ ਕਰ ਰਿਹਾ ਹੈ ਪ੍ਰਯੋਗਿਕ ਜਿਆਮਤੀ, ਤਾਂ ਪ੍ਰਯੋਗ ਕਰਨਾ ਪਏਗਾ। ਸੋ ਦੇਖਾਂਗੇ ਆਪਾਂ ਕਰ ਕਰਕੇ ਸਵਾਲ ਕਿਸ ਤਰ੍ਹਾਂ ਹੋਣਗੇ। ਸਭ ਤੋਂ ਪਹਿਲੀ ਗੱਲ, ਜੋ ਬੱਚਿਆਂ ਦੀ ਪ੍ਰੋਬਲਮ ਆਉਂਦੀ ਹੈ, ਤੁਸੀਂ ਜਿਓਮੈਟਰੀ ਬਾਕਸ ਦੇਖਦੇ ਹੋ ਤਾਂ ਜਿਓਮੈਟਰੀ ਬਾਕਸ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਉਹਦੇ ਬਾਰੇ ਆਪਾਂ ਥੋੜਾ ਗਿਆਨ ਪ੍ਰਾਪਤ ਕਰ ਲਈਏ। ਤਾਂ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖ ਰਹੇ ਹਾਂ, ਤੁਹਾਡੀ ਸਕਰੀਨ ਤੇ ਹੈ, ਧਿਆਨ ਨਾਲ ਦੇਖੋ। ਫੁੱਟਾ, ਤੁਹਾਡੇ ਜਿਓਮੈਟਰੀ ਬਾਕਸ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਤੁਹਾਡੇ ਕੋਲ ਫੁੱਟਾ, ਸਕੇਲ ਜਾਂ ਰੂਲਰ ਕਹਿ ਦਿੰਦੇ ਹਾਂ। ਤਾਂ ਇਸ ਰੂਲਰ ਤੇ ਸਕੇਲ ਦੇਖੋ, ਧਿਆਨ ਨਾਲ ਪੜ੍ਹਨਾ ਸਿੱਖੋ। ਤੁਸੀਂ 6ਵੀਂ ਕਲਾਸ 'ਚ ਆਏ ਹੋ, 5ਵੀਂ ਦੇ ਵਿੱਚ ਜ਼ਿਆਦਾ ਗਿਆਨ ਨਹੀਂ ਪ੍ਰਾਪਤ ਹੁੰਦਾ ਤੁਹਾਨੂੰ ਇਹਨਾਂ ਬਾਰੇ, ਤਾਂ ਹੁਣ ਚੰਗੀ ਤਰ੍ਹਾਂ ਦੇਖ ਲਓ ਇੱਕ ਵਾਰੀ। ਜੋ ਵੀ ਇੰਸਟਰੂਮੈਂਟ ਹਨ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਹੋਣੀ ਹੈ, ਕੀ ਉਹਨਾਂ ਤੇ ਸਕੇਲ ਹੈ। ਤੇ ਇੱਥੇ ਦੇਖੋ ਆਹ ਸਾਈਡ ਤੇ ਕੀ ਆ ਰਿਹਾ ਆਪਣੇ ਕੋਲੇ, 1 2 3 ਜਿਹੜੇ ਇਹ ਹਨ, ਇਹ ਕੀ ਹੈ ਆਪਣੇ ਕੋਲੇ, ਸੈਂਟੀਮੀਟਰਸ। ਕੀ ਹਨ ਬੇਟੇ ਆਪਣੇ ਕੋਲ, ਆਪਾਂ ਇਹਨੂੰ ਕਹੋਗੇ ਸਮ ਜਾਂ ਸੈਂਟੀਮੀਟਰ। ਸੈਂਟੀਮੀਟਰ ਹਨ ਆਪਣੇ ਕੋਲੇ। ਤਾਂ ਕਿੰਨੇ ਸੈਂਟੀਮੀਟਰ ਹਨ ਸਕੇਲ? ਜੇ ਤੁਸੀਂ ਹਾਫ ਸਕੇਲ ਲੈਂਦੇ ਹਾਂ, ਅੱਧਾ ਸਕੇਲ ਲੈਂਦੇ ਹਾਂ, ਤਾਂ 15 ਸੈਂਟੀਮੀਟਰ ਹੁੰਦੇ ਹਨ। ਪਰ ਤੁਹਾਡੇ ਕੋਲ ਕਈ ਵਾਰ ਵੱਡਾ ਸਕੇਲ ਵੀ ਹੁੰਦਾ ਹੈ, ਇਸ ਜਿਓਮੈਟਰੀ ਬਾਕਸ 'ਚ ਨਹੀਂ ਹੋਏਗਾ, ਪਰ ਬੱਚੇ ਵੱਡਾ ਸਕੇਲ ਵੀ ਲੈ ਲੈਂਦੇ ਹਨ, ਉਹ 30 ਸੈਂਟੀਮੀਟਰ ਤੱਕ ਵੀ ਹੁੰਦਾ ਹੈ। ਤੇ ਜਦੋਂ ਤੁਹਾਡੇ ਕੋਲੇ ਤੁਸੀਂ ਥੋੜੀ ਵੱਡੀ ਕਲਾਸ 'ਚ ਜਾਂਦੇ ਹਾਂ, ਇੰਜੀਨੀਅਰਿੰਗ ਵਗੈਰਾ ਕਰਦੇ ਹਾਂ, ਤਾਂ ਉਹਨਾਂ ਕੋਲ ਉਦੋਂ ਵੀ ਵੱਡੇ ਸਕੇਲ ਹੁੰਦੇ ਹਨ, ਉਸ ਤਰ੍ਹਾਂ ਯੂਜ਼ ਹੁੰਦੇ ਹਨ। ਤੇ ਦੂਸਰੀ ਸਾਈਡ ਧਿਆਨ ਦਿਓ, ਸਕੇਲ ਦੇ ਦੂਸਰੀ ਸਾਈਡ ਤੇ ਕੀ ਹੈ ਆਪਣੇ ਕੋਲੇ, 1 2 3 4 5 6 ਤੱਕ ਆ ਰਿਹਾ ਹੈ। ਤਾਂ ਕੋਈ ਬੱਚੇ ਨੂੰ, ਸ਼ਾਇਦ ਕਈ ਬੱਚਿਆਂ ਨੂੰ ਪਤਾ ਹੋਏਗਾ ਪਹਿਲਾਂ ਤੋਂ ਹੀ ਕਿ ਇਹ ਕੀ ਹੁੰਦੇ ਹਨ, ਲਿਖਿਆ ਵੀ ਹੋਇਆ ਆਪਣੇ ਕੋਲੇ ਇੰਚ। ਇਸ ਸਾਈਡ ਤੇ ਕੀ ਹੁੰਦੇ ਹਨ ਆਪਣੇ ਕੋਲੇ, ਇੰਚਜ਼। ਤਾਂ ਜੇ ਸਕੇਲ ਦੇ ਨਾਲ ਤੁਸੀਂ ਕੋਈ ਵੀ ਮਾਪ ਦੇਖਣਾ ਹੈ, ਠੀਕ ਹੈ, ਤਾਂ ਤੁਸੀਂ ਸੈਂਟੀਮੀਟਰ 'ਚ ਦੇਖ ਸਕਦੇ ਹੋ। ਇੱਕ ਸਾਈਡ ਤੁਹਾਡੇ ਕੋਲ ਸੈਂਟੀਮੀਟਰ ਦੀ ਸਕੇਲ ਹੈ ਤੇ ਦੂਸਰੀ ਸਾਈਡ ਤੇ ਇੰਚਜ਼ ਵਾਲੀ ਸਕੇਲ ਵੀ ਹੈ, ਤੁਸੀਂ ਇੰਚਜ਼ ਵਾਲੀ ਸਕੇਲ ਵੀ ਦੇਖ ਸਕਦੇ ਹੋ। ਸੋ ਫੁੱਟੇ ਨਾਲ ਆਪਾਂ ਬੇਸਿਕਲੀ ਮਾਪ ਦੇਖਦੇ ਹਾਂ, ਚੀਜ਼ਾਂ ਮਾਪ ਸਕਦੇ ਹਾਂ, ਤੇ ਆਪਾਂ ਉਹ ਮਾਪ ਆਪਣਾ ਕਿਤੇ ਵੀ ਲਿਖਣਾ ਹੋਵੇ ਤਾਂ ਇਸ ਫੁੱਟੇ ਦੇ ਨਾਲ ਆਪਾਂ ਉਹ ਮਾਪ ਦੇਖਦੇ ਹਾਂ। ਤਾਂ ਉਸ ਤੋਂ ਅਗਲੀ ਚੀਜ਼ ਬੱਚਿਆਂ ਕੋਲੇ, ਸਾਰਿਆਂ ਕੋਲੇ, ਇਹ ਕੀ ਹੈ ਆਪਣੇ ਕੋਲੇ, ਪ੍ਰਕਾਰ। ਤਾਂ ਪ੍ਰਕਾਰ ਦੇ ਵਿੱਚ ਕੀ ਹੁੰਦਾ ਹੈ ਆਪਣੇ ਕੋਲੇ, ਦੇਖੋ ਇੱਕ ਸਿਰਾ ਆਪਣੇ ਕੋਲ ਕੀ ਹੈ, ਨੁਕੀਲਾ, ਬਿਲਕੁਲ ਨੁਕੀਲਾ ਸਿਰਾ ਹੈ ਇੱਕ ਆਪਣੇ ਕੋਲੇ, ਤੇ ਦੂਸਰੇ ਦੇ ਵਿੱਚ ਆਪਣੇ ਕੋਲ ਸਪੌਟ ਹੈ, ਸਲੌਟ ਹੈ। ਸਲੌਟ ਦੇ ਵਿੱਚ ਆਪਾਂ ਕੀ ਪਾਈ ਹੋਈ ਹੈ, ਪੈਨਸਿਲ। ਤਾਂ ਪੈਨਸਿਲ ਪਾ ਕੇ ਆਪਾਂ ਪ੍ਰਕਾਰ ਦੀ ਯੂਜ਼ ਕਰਦੇ ਹਾਂ। ਕਿਸ ਤਰ੍ਹਾਂ ਯੂਜ਼ ਹੋਏਗੀ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ। ਤਾਂ ਇੱਕ ਤੁਹਾਡੇ ਕੋਲ ਪ੍ਰਕਾਰ ਜਾਂ ਕੰਪਸ ਕਹਿ ਦਿੰਦੇ ਹਾਂ ਆਪਾਂ, ਕੰਪਸ ਜਾਂ ਪ੍ਰਕਾਰ ਤੁਹਾਡੀ ਜਿਓਮੈਟਰੀ ਬਾਕਸ ਹੁੰਦੀ ਹੈ। ਇਹਦੇ ਨਾਲ ਆਪਾਂ, ਜਿਵੇਂ ਆਪਾਂ ਸਕੇਲ ਦੇ ਨਾਲ ਕੋਈ, ਤੁਸੀਂ ਸਕੇਲ ਦੇਖਿਆ, ਸਕੇਲ ਨਾਲ ਕੋਈ ਮਾਪ ਦੇਖਦੇ ਹਾਂ, ਪਰ ਜੇ ਤੁਸੀਂ ਪ੍ਰਕਾਰ ਨਾਲ ਉਹੀ ਮਾਪ ਦੇਖੋ ਤਾਂ ਬਹੁਤ ਐਕੂਰੇਸੀ ਨਾਲ ਆ ਸਕਦਾ ਹੈ, ਬਹੁਤ ਸਹੀ ਤਰੀਕੇ ਨਾਲ ਆ ਸਕਦਾ ਹੈ। ਸੋ ਪ੍ਰਕਾਰ ਦੀ ਵਰਤੋਂ ਹੋਰ ਵੀ ਤਰੀਕੇ ਨਾਲ ਹੋਏਗੀ, ਤਾਂ ਉਹ ਜਿਉਂ ਆਪਾਂ ਸਵਾਲ ਕਰਾਂਗੇ ਤੁਹਾਨੂੰ ਕਲੀਅਰ ਹੋਏਗਾ ਕਿ ਪ੍ਰਕਾਰ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੁੰਦਾ, ਇੱਕ ਡਿਵਾਈਡਰ, ਠੀਕ ਹੈ। ਇਹ ਡਿਵਾਈਡਰ ਦੇ ਦੋਨੋਂ ਸਿਰੇ ਦੇਖੋ ਆਪਣੇ ਕੋਲ ਨੁਕੀਲੇ ਹਨ, ਦੋਨੋਂ ਸਿਰੇ ਨੁਕੀਲੇ। ਇਹਦੇ ਵਿੱਚ ਕੋਈ ਪੈਨਸਲ ਨਹੀਂ ਪਾਈ ਜਾਏਗੀ, ਠੀਕ ਹੈ, ਕੋਈ ਮਾਰਕ ਨਹੀਂ ਲਗਾਏਗਾ। ਪਰ ਜਦੋਂ ਵੀ ਕੋਈ ਅਸੀਂ ਮਾਪ ਲੈਣਾ ਹੋਵੇ, ਕੋਈ ਵੀ ਮਾਪ ਲੈਣਾ ਹੋਵੇ, ਜਿਵੇਂ ਕੋਈ ਮੈਂ ਇੱਕ ਲਾਈਨ ਡਰਾ ਕੀਤੀ ਹੈ, ਜੇ ਆਪਾਂ ਦੇਖਣਾ ਹੋਵੇ ਕਿ ਇਹ ਲਾਈਨ ਦਾ ਮਾਪ, ਇਸ ਮਾਪ ਦੀ ਸੇਮ ਲਾਈਨ ਤੁਸੀਂ ਨੀਚੇ ਹੋਰ ਮਾਰਨੀ ਹੋਵੇ, ਇੱਕ ਨੀਚੇ ਜੇ ਲਾਈਨ ਬਣਾਉਣੀ ਹੋਵੇ, ਤਾਂ ਜੇ ਮੈਂ ਸਕੇਲ ਨਾਲ ਬਣਾਵਾਂ ਐਕੂਰੇਸੀ ਘੱਟ ਸਕਦੀ ਹੈ। ਪ੍ਰਕਾਰ ਨਾਲ ਵੀ ਪੈਨਸਲ ਕਈ ਵਾਰ ਬੱਚਿਆਂ ਨੇ ਅੱਛੀ ਤਰ੍ਹਾਂ ਸ਼ਾਰਪ ਨਹੀਂ ਕੀਤੀ ਹੁੰਦੀ, ਐਕੂਰੇਸੀ ਘੱਟ ਸਕਦੀ ਹੈ। ਬਟ ਇਹ ਨੋਕ ਟੂ ਨੋਕ ਜੇ ਤੁਸੀਂ ਬਣੋਗੇ ਤਾਂ ਜੋ ਵੀ ਤੁਸੀਂ ਮਾਪ ਲਓਗੇ ਉਹ ਇੰਨਾ ਕਿ ਐਕੂਰੇਟ ਹੋਏਗਾ ਕਿ ਉਹਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਸੋ ਇਸ ਡਿਵਾਈਡਰ ਨਾਲ ਅਸੀਂ ਜੇ ਕੋਈ ਮਾਪ ਉਹਦੇ ਬਰਾਬਰ ਦਾ ਮਾਪ ਲੈਣਾ ਹੋਵੇ ਤਾਂ ਬਹੁਤ ਅੱਛੀ ਐਕੂਰੇਸੀ ਨਾਲ ਅਸੀਂ ਲੈ ਸਕਦੇ ਹਾਂ। ਤਾਂ ਇਹ ਕਿਸ ਤਰ੍ਹਾਂ ਵਰਤਿਆ ਜਾਵੇਗਾ ਆਪਾਂ ਸਵਾਲ ਕਰਦੇ ਹੋਏ ਦੇਖਾਂਗੇ। ਉਸ ਤੋਂ ਬਾਅਦ ਇਹ ਤੁਹਾਡੇ ਬਹੁਤ ਸਾਰੇ ਬੱਚੇ ਜੋ ਜਿਓਮੈਟਰੀ ਬਾਕਸ ਲੈਂਦੇ ਹਨ ਤਾਂ ਇਹ ਅਣਛੂਤੇ ਹੀ ਰਹਿ ਜਾਂਦੇ ਹਨ। ਬੱਚਿਆਂ ਨੂੰ ਇਹਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਹੁੰਦਾਗਾ ਕਿ ਇਹ ਸਾਡੀ ਜਿਓਮੈਟਰੀ ਦੇ ਵਿੱਚ ਕੀ ਹਨ। ਤਾਂ ਇਹਨਾਂ ਨੂੰ ਕੀ ਕਹਿੰਦੇ ਆ ਆਪਾਂ, ਸੈਟ ਸਕੁਅਰ। ਕੀ ਬੋਲਦੇ ਆ ਬੇਟੇ ਆਪਣੇ ਕੋਲੇ, ਸੈਟ ਸਕੁਅਰ ਬੋਲਦੇ ਆ। ਇਹ ਸੈਟ ਸਕੁਅਰ ਦੋ ਟਾਈਪ ਦੇ ਹਨ, ਧਿਆਨ ਦਿਓ ਬੱਚਿਓ, ਇਹ ਦੋ ਟਾਈਪ ਦੇ ਸੈਟ ਸਕੁਅਰ ਹਨ। ਸਕੇਲ ਬਣੀ ਹੋਈ ਆ, ਉਹੀ ਸੈਂਟੀਮੀਟਰ ਵਾਲੀ ਸਕੇਲ ਆ ਦੋਨੇ ਪਾਸੇ, ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਮਾਪ ਦੇਖਣ ਲਈ, ਸੈਂਟੀਮੀਟਰ ਦੇਖਣ ਦੇ ਲਈ। ਤਾਂ ਪਰ ਇਹਨਾਂ 'ਚ ਇੱਕ ਫਰਕ ਕੀ ਹੈ, ਇੱਕ ਆਪਾਂ ਕੋਣਾਂ ਨਾਲ ਦੇਖਦੇ ਹਾਂ। ਇੱਥੇ ਜਿਹੜਾ ਆਹ ਕੋਣ ਬਣਿਆ ਹੈ, ਸਭ ਨੂੰ ਦਿਖ ਰਿਹਾ ਹੋਊਗਾ, ਇਹ ਕਿੰਨੇ ਡਿਗਰੀ ਦਾ ਕੋਣ ਬਣਿਆ ਹੈ, ਬਿਲਕੁਲ ਲੰਬ ਰੇਖਾਵਾਂ ਹਨ, ਤੁਸੀਂ ਪੜ੍ਹਿਆ ਹੈ ਲੰਬ ਰੇਖਾਵਾਂ ਬਾਰੇ, 90 ਡਿਗਰੀ ਦਾ ਕੋਣ। ਸੇਮ ਹੇਅਰ ਦੂਸਰੇ ਦੇ ਵਿੱਚ ਵੀ ਕੀ ਹੈ ਆਪਣੇ ਕੋਲੇ, 90 ਡਿਗਰੀ ਦਾ ਕੋਣ। ਦੋਨਾਂ 'ਚ 90 ਡਿਗਰੀ ਦੇ ਕੋਣ ਹਨ। ਪਰ ਫਰਕ ਕਿੱਥੇ ਹੈ, ਬੇਸਿਕ ਫਰਕ ਕਿੱਥੇ ਹੈ, ਬਾਕੀ ਦੋਨਾਂ ਕੋਣਾਂ 'ਚ ਫਰਕ ਹੈ। ਤ੍ਰਿਭੁਜ ਹੈ, ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, ਸਭ ਨੂੰ ਪਤਾ ਹੈ। ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਬੇਟੇ, 180 ਡਿਗਰੀ। ਤਾਂ ਇਹਨਾਂ ਦੇ ਵਿੱਚ ਵੀ 180 ਡਿਗਰੀ ਹੋਏਗਾ। ਇੱਕ ਇੱਕ ਕੋਣ 90 ਦਾ ਹੋ ਚੁੱਕਾ ਹੈ, ਤਾਂ ਬਾਕੀ ਕੋਣ ਕਿਵੇਂ ਹੋਣਗੇ। ਤਾਂ ਜਿਹੜਾ ਪਹਿਲਾ ਸੈਟ ਸਕੁਅਰ ਆ, ਜੇ ਤੁਹਾਨੂੰ ਲੋੜ ਪਵੇ ਤਾਂ ਆਹ ਕੋਣ ਇਹਦੇ ਵਿੱਚ ਕਿੰਨੇ ਡਿਗਰੀ ਦਾ ਹੁੰਦਾ ਹੈ, 30 ਡਿਗਰੀ ਦਾ, ਠੀਕ ਹੈ। ਤੇ ਦੂਸਰਾ ਕੋਣ ਹੁਣ 90 ਤੇ 30 ਦੋਨੋਂ ਮਿਲਾ ਕੇ ਕਿੰਨੇ ਹੋ ਗਏ ਆਪਣੇ ਕੋਲੇ, 120। ਤਾਂ ਓਬਵੀਅਸ ਜੀ ਗੱਲ ਆ, ਲਾਸਟ ਕੋਣ ਕਿੰਨੇ ਡਿਗਰੀ ਦਾ ਹੋਏਗਾ ਆਪਣੇ ਕੋਲੇ,
60 ਡਿਗਰੀ ਦਾ ਕੋਣ ਹੋਏਗਾ। ਸੋ ਜਿਹੜਾ ਇਹ ਪਹਿਲਾ ਸੈਟ ਸਕੁਅਰ ਲੰਬਾ ਤੁਹਾਨੂੰ ਦਿਖ ਰਿਹਾ ਹੈ, ਇਸ ਸੈਟ ਸਕੁਅਰ ਦੇ ਵਿੱਚ ਜਿਹੜੇ ਤਿੰਨ ਕੋਣ ਹੁੰਦੇ ਹਨ 90 ਡਿਗਰੀ ਉਹ ਸੇਮ ਸੀਗਾ, ਦੂਸਰੇ 'ਚ ਵੀ ਹੈ, ਬਟ ਜਿਹੜੇ ਬਾਕੀ ਦੋ ਕੋਣ ਹਨ 30 ਡਿਗਰੀ ਦਾ ਕੋਣ ਹੈ ਤੇ 60 ਡਿਗਰੀ ਦਾ ਕੋਣ ਹੈ। ਸੋ ਇਹ ਦੋਨੋਂ ਕੋਣ ਧਿਆਨ ਰੱਖਣਾ ਹੈ, ਠੀਕ ਹੈ ਨਾ। ਇਸ ਲੰਬੇ ਵਾਲੇ ਵਿੱਚ 30 ਤੇ 60 ਦੇ ਹੁੰਦੇ ਹਨ। ਜਿਹੜਾ ਦੂਸਰਾ ਹੈ ਉਹਦੇ 'ਚ ਤੁਸੀਂ ਧਿਆਨ ਦਿਓ, ਵੈਸੇ ਸਕੇਲ ਤੋਂ ਵੀ ਕਲੀਅਰ ਹੋ ਰਿਹਾ ਹੈ, ਤਾਂ ਜੇ ਮੈਂ ਥੋੜਾ ਜ਼ੂਮ ਕਰ ਪਾਵਾਂ ਤਾਂ ਆਹ ਜਿਹੜੀ ਸਕੇਲ ਹੈ ਜਿੰਨੀ ਇੱਥੇ ਹੈ ਉਨੀ ਹੀ ਸੇਮ ਇੱਥੇ ਹੈ। ਜੇ ਦੋ ਕੋਈ ਭੁਜਾਵਾਂ ਬਰਾਬਰ ਹੋਣ ਤਾਂ ਉਹਨਾਂ ਦੇ ਸਾਹਮਣੇ ਦੇ ਕੋਣ ਵੀ ਕੀ ਹੁੰਦੇ ਹਨ, ਆਪਣੇ ਕੋਲ ਬਰਾਬਰ ਹੁੰਦੇ ਹਨ। ਸੋ ਇਹ ਜਿਹੜੇ ਦੋਨੋਂ ਕੋਣ, ਇੱਕ ਕੋਣ 90 ਦਾ, ਬਾਕੀ 90 ਹੀ ਬਚਿਆ ਹੈ, ਤਾਂ ਇਹ ਦੋਨੋਂ ਕੋਣ ਕਿੰਨੇ ਕਿੰਨੇ ਡਿਗਰੀ ਦੇ ਹੋਣਗੇ, 45 ਡਿਗਰੀ ਤੇ 45 ਡਿਗਰੀ, 45 ਡਿਗਰੀ ਦੇ ਕੋਣ ਹੋਣਗੇ, ਠੀਕ ਹੈ। ਦੋਨੋਂ 45 ਦੇ ਹੋਣਗੇ। ਸੋ ਇਹ ਦੋ ਸੈਟ ਸਕੁਅਰ ਤੁਹਾਨੂੰ ਹਰ ਹਾਲਤ ਦੇ ਵਿੱਚ ਆਪਣੀ ਜਿਓਮੈਟਰੀ ਬਾਕਸ ਦੇ ਵਿੱਚ ਮਿਲਦੇ ਹਨ। ਬਹੁਤ ਸਾਰੇ ਬੱਚੇ ਇਹਨਾਂ ਨੂੰ ਯੂਜ਼ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਇਹਨਾਂ ਦਾ ਕੀ ਯੂਜ਼ ਹੈ, ਬਟ ਆਪਾਂ ਜਦੋਂ ਹੁਣ ਸਵਾਲ ਕਰਾਂਗੇ ਤਾਂ ਮੈਂ ਇਹਨਾਂ ਦਾ ਵੀ ਯੂਜ਼ ਨਾਲ ਕਰਾਂਗਾ। ਪਰ ਤੁਸੀਂ ਇੱਕ ਧਿਆਨ ਰੱਖਣਾ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ। ਆਪਣੇ ਕੋਲੇ ਜਿਹੜਾ ਲੰਬੇ ਵਾਲਾ ਸੈਟ ਸਕੁਅਰ ਆ ਉਹਦੇ ਕੋਣ 90, 30 ਤੇ 60 ਹਨ। ਜਿਹੜਾ ਦੂਸਰਾ ਹੈ ਉਹ ਕਿੰਨੇ ਹਨ, 90, 45 ਤੇ 45 ਹਨ। ਇਹ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਹੁੰਦੇ ਹਨ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਦੋਂ ਕੋਣ ਬਣਾਉਣਾ ਹੁੰਦਾ ਹੈ ਤਾਂ ਉਹ ਕੀ ਹੈ, ਆਪਣੇ ਕੋਲੇ ਕੋਣ ਮਾਪਕ, ਪ੍ਰੋਟੈਕਟਰ ਕਹਿੰਦੇ ਆਪਾਂ ਇਹਨੂੰ, ਕੋਣ ਮਾਪਕ। ਮੈਂ ਜਿੰਨੇ ਵੀ ਬੱਚੇ ਦੇਖੇ ਹਨ, ਜਦੋਂ ਵੱਡੀਆਂ ਕਲਾਸਾਂ ਨੂੰ ਵੀ ਪੜ੍ਹਾਇਆ ਹੈ, ਤਾਂ ਜੇ ਬੱਚਿਆਂ ਨੂੰ ਕੋਣ ਬਣਾਉਣ ਲਈ ਕਿਹਾ ਜਾਂਦਾ ਹੈ, ਪ੍ਰੋਟੈਕਟਰ ਨਾਲ ਕੋਣ ਬਣਾਉਣ ਲਈ ਕਿਹਾ ਜਾਂਦਾ ਹੈ, ਤਾਂ ਜਨਰਲੀ ਉਹ ਗਲਤ ਬਣਾ ਦਿੰਦੇ ਹਨ। 60 ਦਾ ਕੋਣ ਕਹੋ, ਉਹਨਾਂ ਨੂੰ ਕਹੋ ਕਿ 60 ਦਾ ਕੋਣ ਬਣਾ ਦਿਓ, ਤਾਂ ਉਹ 120 ਦਾ ਕੋਣ ਬਣਾ ਦਿੰਦੇ ਹਨ। ਜੇ 120 ਦਾ ਕਹੋ 60 ਦਾ ਬਣਾ ਦਿੰਦੇ ਹਨ। ਤੁਸੀਂ ਧਿਆਨ ਦੇਣਾ ਬੱਚੇ ਇਹਦੇ ਵਿੱਚ ਕਿ ਦੋ ਪਾਸੇ 0 ਦਿਖ ਰਹੀ ਹੈ, ਇਸ ਸਾਈਡ ਵੀ 0 ਦਿਖ ਰਹੀ ਹੈ, ਇਸ ਸਾਈਡ ਵੀ 0 ਦਿਖ ਰਹੀ ਹੈ, ਤੇ ਦੋ ਸਕੇਲ ਦਿਖ ਰਹੀਆਂ ਹਨ 0, 10, 20, 30, 40, 50, 180 ਤੱਕ ਹਾਫ ਕੋਣ ਹੈ। ਤੁਹਾਨੂੰ ਪਤਾ ਸਟ੍ਰੇਟ ਐਂਗਲ ਜਿਹੜਾ ਵਾ ਸਰਲੇਖੀ ਕੋਣ 180 ਡਿਗਰੀ ਦਾ ਹੁੰਦਾ ਹੈ। ਤਾਂ ਇੱਥੇ ਆਪਣੇ ਕੋਲੇ ਦੂਸਰੇ ਪਾਸੇ ਵੀ ਪਰ ਇਦਾਂ ਹੀ ਆ ਰਿਹਾ 0, 10, 20, 30, 40, 50 ਐਂਡ 180 ਆ ਰਿਹਾ। ਤਾਂ ਫਿਰ ਜੇ ਮੈਂ ਹੁਣ ਕੋਣ ਬਣਾਉਣਾ ਹੈ ਤਾਂ ਫਿਰ ਮੈਂ ਕਿਸ ਤਰ੍ਹਾਂ ਬਣਾਵਾਂ ਕੋਣ, ਕਿਸ ਤਰ੍ਹਾਂ ਮੈਂ ਡੀ ਨੂੰ ਯੂਜ਼ ਕਰਾਂ। ਤਾਂ ਤੁਸੀਂ ਧਿਆਨ ਦੇਣਾ ਬੇਟੇ, ਠੀਕ ਹੈ ਨਾ। 0 ਦੀ ਸਕੇਲ ਹੈ, ਜਦੋਂ ਤੁਹਾਨੂੰ ਮੈਂ ਐਕਸਰਸਾਈਜ਼ ਕਰਵਾਉਂਗਾ ਲਾਸਟ ਤਾਂ ਤੁਹਾਨੂੰ ਕੋਣ ਬਾਰੇ ਗਿਆਨ ਦਊਂਗਾ। ਵੈਸੇ ਤੁਸੀਂ ਸ਼ਾਇਦ 5ਵੇਂ ਚੈਪਟਰ 'ਚ ਦੇਖ ਕੇ ਵੀ ਆਏ ਹੋ ਥੋੜਾ ਜਿਹਾ, ਪਰ ਇੱਥੇ ਵੀ ਬਹੁਤ ਚੰਗੀ ਤਰ੍ਹਾਂ ਕਲੀਅਰ ਕਰਾਂਗੇ ਆਪਾਂ ਕਿ ਇਹ 0 ਕਿਸ ਤਰ੍ਹਾਂ ਯੂਜ਼ ਕਰਨੀ ਹੈ। ਤਾਂ ਜਦੋਂ ਵੀ ਤੁਹਾਡੇ ਕੋਲੇ ਤੁਸੀਂ ਲਾਈਨ ਬਣਾਈ ਹੈ ਤਾਂ ਜਿਸ ਸਾਈਡ ਉਹਦੇ ਕੋਣ ਬਣਾਉਣਾ ਹੈ ਉਸ ਸਾਈਡ 0 ਨਹੀਂ ਲੈਣੀ, ਦੂਸਰੀ ਸਾਈਡ ਤੇ, ਕਿਉਂਕਿ ਤੁਹਾਨੂੰ ਸ਼ਾਇਦ ਟੀਚਰ ਨੇ ਦੱਸਿਆ ਹੋਵੇਗਾ ਕਿ ਕੋਣ ਕੀ ਹੁੰਦਾ, ਲਾਈਨ ਕਿੱਦਾਂ ਘੁੰਮ ਰਹੀ ਹੈ, ਤਾਂ ਲਾਈਨ ਫਿਰ ਦੂਸਰੇ ਪਾਸੇ ਘੁੰਮੂਗੀ। ਤਾਂ ਜਿਹੜਾ ਇਹ ਸਿਰਾ ਤੁਸੀਂ ਜੇ ਇਸ ਸਾਈਡ ਤੇ ਰੱਖਦੇ ਹੋ, ਇਸ ਸਾਈਡ ਤੇ ਰੱਖਦੇ ਹੋ ਸਿਰਾ, ਤਾਂ ਫਿਰ ਤੁਸੀਂ 0 ਇੱਧਰਲੀ ਯੂਜ਼ ਕਰੋਗੇ, ਆਹ ਵਾਲੀ 0 ਯੂਜ਼ ਕਰੋਗੇ। ਪਰ ਜੇ ਇਹ ਸਿਰਾ ਤੁਸੀਂ ਇਹਦੇ ਉੱਤੇ ਰੱਖਦੇ ਹੋ ਇਸ ਸਾਈਡ ਤੇ, ਤਾਂ ਫਿਰ ਤੁਸੀਂ 0 ਆਹ ਵਾਲੀ ਯੂਜ਼ ਕਰੋਗੇ, ਠੀਕ ਹੈ। ਤਾਂ ਜਦੋਂ ਆਪਾਂ ਪ੍ਰੈਕਟੀਕਲ ਕਰਕੇ ਦੇਖਾਂਗੇ ਫਿਰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ ਕਿ ਕਿਸ ਤਰ੍ਹਾਂ ਡੀ ਨੂੰ ਯੂਜ਼ ਕਰਨਾ ਹੈ। ਮੋਸਟਲੀ ਬੱਚੇ ਇਸ ਡੀ ਨੂੰ ਗਲਤੀ ਯੂਜ਼ ਕਰਦੇ ਹਨ, ਬਹੁਤ ਲਾਸਟ ਸਟੇਜ ਤੱਕ 8ਵੀਂ 9ਵੀਂ 10ਵੀਂ ਤੱਕ ਪਹੁੰਚ ਜਾਂਦੇ ਹਨ ਤੇ ਉਹਨਾਂ ਨੂੰ ਡੀ ਯੂਜ਼ ਨਹੀਂ ਕਰਨੀ ਆਉਂਦੀ ਕਿ ਕੋਣ ਕਿਸ ਤਰ੍ਹਾਂ ਮਾਪਣਾ ਹੈ। ਤਾਂ ਤੁਹਾਨੂੰ ਹੁਣ ਜਿਓਮੈਟਰੀ ਬਾਕਸ ਦੇ ਵਿੱਚ ਸਾਰਾ ਕੁਝ ਦਿਖ ਗਿਆ ਹੋਵੇਗਾ ਬੇਟੇ ਕਿ ਤੁਹਾਡੇ ਜਿਓਮੈਟਰੀ ਬਾਕਸ ਵਿੱਚ ਕੀ ਕੀ ਹੈ। ਤਾਂ ਆਓ ਫਿਰ ਆਪਾਂ ਐਂ ਕਰਦੇ ਹਾਂ, ਇਹਨਾਂ ਦੀ ਯੂਜ਼ ਕਰਨੀ ਸ਼ੁਰੂ ਕਰਦੇ ਹਾਂ ਤੇ ਕੁਝ ਸਵਾਲ ਕਰਕੇ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਆਪਾਂ ਕਰਕੇ ਦੇਖਣਾ ਹੈ, ਓਕੇ ਜੀ। ਤਾਂ ਸਵਾਲ ਪੜ੍ਹ ਲਈਏ ਇੱਕ ਵਾਰੀ। 3.2 ਸੈਂਟੀਮੀਟਰ ਅਰਧ ਵਿਆਸ ਦਾ ਇੱਕ ਚੱਕਰ ਬਣਾਓ। ਤਾਂ ਸਾਰੇ ਬੱਚੇ ਜਿਓਮੈਟਰੀ ਬਾਕਸ ਆਪਣਾ ਰੈਡੀ ਕਰ ਲਓ। ਤਾਂ ਮੈਂ ਪ੍ਰਕਾਰ ਰੈਡੀ ਕਰ ਲਈ ਹੈ, ਆਪਣੀ ਪ੍ਰਕਾਰ ਤੁਸੀਂ ਪੈਨਸਲ ਵਿੱਚ ਪਾ ਲਓ ਤੇ ਪੈਨਸਲ ਪਾ ਕੇ ਆਪਣੀ ਪ੍ਰਕਾਰ ਰੈਡੀ ਕਰੋ। ਹਾਂਜੀ ਸਾਰੇ ਬੱਚੇ ਰੈਡੀ ਕਰੋ ਜੀ ਪ੍ਰਕਾਰ। ਮੈਂ ਸਕੈਚ ਪੈਨ ਪਾਇਆ ਵਿੱਚ, ਠੀਕ ਹੈ, ਪੈਨਸਲ ਨਹੀਂ ਪਾਈ ਕਿਉਂਕਿ ਜਦੋਂ ਇਹ ਫਿਰ ਦਿਖਦਾ ਹੈ ਤੁਹਾਨੂੰ ਵਾਈਟ ਦੇ ਉੱਪਰ ਤਾਂ ਪ੍ਰੋਪਰਲੀ ਦਿਖੇਗਾ ਨਹੀਂ, ਇਸ ਲਈ ਮੈਂ ਯੂਜ਼ ਕਰ ਰਿਹਾ। ਬਟ ਇਹ ਸਹੀ ਚੀਜ਼ ਨਹੀਂ ਹੈ, ਸਕੈਚ ਪੈਨ ਬਿਲਕੁਲ ਯੂਜ਼ ਨਾ ਕਰੋ ਕਿਉਂਕਿ ਤੁਸੀਂ ਦੇਖੋ ਸਕੈਚ ਪੈਨ ਦੀ ਟਿਪ ਆ ਬਹੁਤ ਮੋਟੀ ਹੈ, ਤਾਂ ਮਾਪ ਸਹੀ ਨਹੀਂ ਆਉਣਗੇ। ਜੇ ਤੁਸੀਂ ਮਾਪ ਸਹੀ ਲੈਣੇ ਹਨ ਤਾਂ ਪੈਨਸਲ ਅੱਛੀ ਤਰ੍ਹਾਂ ਘੜ ਕੇ ਪੂਰੀ ਨੁਕੀਲੇ ਤੌਰ ਦੇ ਉੱਤੇ ਪੈਨਸਲ ਲੈਣੀ ਚਾਹੀਦੀ ਹੈ। ਸੋ ਪਹਿਲਾ ਕੁਐਸਚਨ ਆਪਾਂ ਪੜ੍ਹ ਲਈਏ। 3.2 ਸੈਂਟੀਮੀਟਰ ਅਰਧ ਵਿਆਸ ਦਾ ਇੱਕ ਚੱਕਰ ਬਣਾਓ, ਠੀਕ ਹੈ। ਸੋ ਸਕੇਲ ਲੈ ਲਈਏ ਇੱਕ ਵਾਰੀ, ਸਭ ਆਪਣੀ ਸਕੇਲ ਲੈ ਲਓ, ਮੈਂ ਵੀ ਆਪਣੀ ਸਕੇਲ ਲੈ ਲੈਣਾ। ਸਕੇਲ ਲੈ ਲਈ ਜੀ। ਹੁਣ ਸਕੇਲ ਦੇ ਉੱਪਰ ਉਹਨੇ 3.2 ਕਿਹਾ ਵਾ ਤਾਂ 3.2 ਮੈਜ਼ਰ ਕਰ ਲਓ ਤਾਂ ਆ ਰਿਹਾ ਜੀ ਸੈਂਟੀਮੀਟਰ ਵਾਈਜ਼ ਸਾਈਡ। ਇੱਕ ਆ ਪਹਿਲਾ 0 ਹੁੰਦਾ ਹੈ, ਹਮੇਸ਼ਾ ਸਕੇਲ 0 ਤੋਂ ਸਟਾਰਟ ਹੁੰਦਾ ਹੈ। 0 ਤੋਂ 1 ਹੋ ਗਈ, 2 3 ਅੱਗੇ ਆ ਲਾਈਨਾਂ ਦੇਖੋ 1 2 3 ਤਾਂ 3.2 ਤਾਂ ਮੈਂ ਮੈਜ਼ਰ ਕਰ ਰਿਹਾ, ਤੁਸੀਂ ਵੀ ਆਪਣਾ ਮੈਜ਼ਰ ਕਰ ਲਓ ਕਿੰਨਾ ਹੋਏਗਾ। 3.2 ਲਓ ਜੀ, ਮੇਰਾ 3.2 ਮੈਂ ਮੈਜ਼ਰ ਕਰ ਚੁੱਕਾ ਹੈ। ਸਾਰੇ ਬੱਚੇ ਫਟਾਫਟ ਆਪਣੀ ਪ੍ਰਕਾਰ ਦੇ ਨਾਲ
ਸਕੇਲ ਦੇ ਉੱਪਰ 3.2 ਸੈਂਟੀਮੀਟਰ, ਇੰਚਜ਼ ਨਹੀਂ ਬੇਟੇ, ਸੈਂਟੀਮੀਟਰ ਲੈਣਾ ਹੈ। 3.2 ਸੈਂਟੀਮੀਟਰ ਮੇਰਾ ਆ ਚੁੱਕਾ, ਤੁਸੀਂ ਆਪਣਾ ਆਪਣਾ ਲੈ ਲਓ। ਤਾਂ ਬਣਾਈਏ ਜੀ, ਠੀਕ ਹੈ। ਤਾਂ ਤੁਸੀਂ 14 ਜਿਹੜਾ ਚੌਥਾ ਚੈਪਟਰ ਉਹ 'ਚ ਕਰਕੇ ਵੀ ਆਏ ਹੋ, ਸਰਕਲ ਦੇ ਪਾਰਟ ਕਰਕੇ ਆਏ ਹੋ ਕਿ ਸਰਕਲ 'ਚ ਇੱਕ ਕੇਂਦਰ ਹੁੰਦਾ ਹੈ। ਤਾਂ ਕੇਂਦਰ ਜਿਹੜਾ ਨੁਕੀਲਾ ਪਾਰਟ, ਤਾਂ ਮੈਂ ਇਹ ਰੱਖ ਲਿਆ 3.2 ਸੈਂਟੀਮੀਟਰ ਅਰਧ ਵਿਆਸ। ਆ ਲਓ ਜੀ, ਮੈਂ ਰੱਖ ਲਿਆ ਉੱਪਰ। ਤਾਂ ਮੈਂ ਹੁਣ 3.2 ਦਾ ਬਣਾ ਰਿਹਾ। ਦੁਬਾਰਾ ਬਣਾਉਂਗਾ, ਸੌਰੀ ਬੱਚੋ, ਕਿਉਂਕਿ ਕਾਰਨ ਕੀ ਆ, ਮੇਰੀ ਪ੍ਰਕਾਸ਼ ਥੋੜੀ ਢਿੱਲੀ ਹੋਣ ਕਰਕੇ ਹਿੱਲ ਰਹੀ ਹੈ। ਤਾਂ ਮੈਂ 3.2 ਦੁਬਾਰਾ ਮੈਜ਼ਰ ਕਰਦਾ ਹਾਂ। ਦੁਬਾਰਾ ਮੈਜ਼ਰ ਕਰਕੇ ਮੈਂ ਦੁਬਾਰਾ ਸੈਂਟਰ ਲੈ ਰਿਹਾ। ਤਾਂ ਮੈਂ ਇੱਕ ਹੋਰ ਸੈਂਟਰ ਲੈ ਕੇ 3.2 ਦਾ ਕੋਣ ਬਣਾ ਰਿਹਾ। ਆ ਲਓ, 3.2 ਦਾ ਲੈ ਕੇ ਸਰਕਲ ਬਣਾ ਰਿਹਾ। ਸੋ ਲਓ ਜੀ, ਮੇਰਾ ਆਲਮੋਸਟ ਕੰਪਲੀਟ ਹੈ। ਸੋ ਮੇਕ ਸ਼ੋਰ ਕਿ ਤੁਹਾਡੀ ਪ੍ਰਕਾਰ ਪ੍ਰੋਪਰ ਕਸੀ ਹੋਵੇ, ਕਿਉਂਕਿ ਜੇ ਤੁਹਾਡੀ ਪ੍ਰਕਾਰ ਪੂਰੀ ਕਸੀ ਨਹੀਂ ਹੈ ਤਾਂ ਜਿਵੇਂ ਮੇਰੀ ਪ੍ਰਕਾਰ ਢਿੱਲੀ ਹੋ ਰਹੀ ਹੈ ਬਾਰ-ਬਾਰ, ਤਾਂ ਮੈਂ ਇਸ ਪ੍ਰਕਾਰ ਨੂੰ ਵੀ ਚੇਂਜ ਕਰਦਾ। ਸੋ ਇੱਕ ਵਾਰ ਦੁਬਾਰਾ ਦੇਖ ਲਈਏ। 3.2 ਅਰਧ ਵਿਆਸ ਦਾ ਇੱਕ ਚੱਕਰ ਬਣਾਉਣਾ ਹੈ। ਸੋ 3.2 ਪਹਿਲਾਂ ਸੈਂਟੀਮੀਟਰ ਸਭ ਬੱਚਿਆਂ ਨੇ ਪ੍ਰਕਾਰ ਦੇ ਨਾਲ 3.2 ਸੈਂਟੀਮੀਟਰ ਕੱਢ ਲੈਣਾ ਹੈ। ਉਸ ਤੋਂ ਬਾਅਦ ਨੁਕੀਲਾ ਸਿਰਾ ਨੀਚੇ ਰੱਖ ਕੇ, ਨੁਕੀਲਾ ਸਿਰਾ ਨੀਚੇ ਰੱਖਦੇ ਹਾਂ ਤੇ ਫਿਰ ਆਪਾਂ ਇਹ ਡਰਾਅ ਕਰਨਾ ਹੈ। ਸੋ ਇਹ ਆਪਣੇ ਕੋਲ ਡਰਾ ਹੋ ਚੁੱਕਾ ਹੈ। ਤਾਂ ਮੈਂ ਇੱਕ ਵਾਰ ਤੁਹਾਨੂੰ ਦਿਖਾ ਦੇਵਾਂ ਕਿ ਇਹ ਜਿਹੜਾ ਹੈ ਆਪਣੇ ਕੋਲੇ, ਇਹ ਕੀ ਹੈ ਆਪਣੇ ਕੋਲੇ 3.2 ਸੈਂਟੀਮੀਟਰ ਅਰਧ ਵਿਆਸ ਹੈ, ਠੀਕ ਹੈ। ਜਿਸ ਪਾਸੇ ਮਰਜ਼ੀ ਲੈ ਲਓ, ਇਸ ਤਰ੍ਹਾਂ ਨਹੀਂ ਹੈ ਕਿ ਇੱਕੋ ਹੋਏਗਾ। ਅਰਧ ਵਿਆਸ ਸਾਰੇ ਪਾਸੇ ਸੇਮ ਹੁੰਦਾ। ਇਹ ਵੀ ਕਿੰਨਾ ਹੋਏਗਾ, 3.2 ਸੈਂਟੀਮੀਟਰ ਹੋਏਗਾ। ਇਹ ਤੁਹਾਡਾ 3.2 ਸੈਂਟੀਮੀਟਰ ਨਹੀਂ ਆ ਰਿਹਾ, ਇਟ ਮੀਨ ਤੁਹਾਡੀ ਮਿਸਟੇਕ ਹੈ। ਤੁਸੀਂ ਆਪਣੀ ਪ੍ਰਕਾਰ ਪ੍ਰੋਪਰਲੀ ਕਰੋ। ਤਾਂ ਨੈਕਸਟ ਸਵਾਲ ਕਰਦੇ ਹਾਂ ਬੱਚੋ। ਨੈਕਸਟ ਸਵਾਲ ਹੈ, ਇੱਕ ਹੀ ਕੇਂਦਰ O ਲੈ ਕੇ 4 ਸੈਂਟੀਮੀਟਰ ਅਤੇ 2.5 ਸੈਂਟੀਮੀਟਰ ਵਾਲੇ ਦੋ ਚੱਕਰ ਖਿੱਚਣੇ ਆ। ਯਾਦ ਰੱਖਿਓ ਬੱਚੇ, ਕੇਂਦਰ ਇੱਕ ਹੀ ਲੈਣਾ ਆਪਾਂ, ਉਹ ਕੇਂਦਰ ਲੈਣਾ। ਮੈਂ ਪਹਿਲਾਂ ਕੇਂਦਰ ਹੀ ਮਾਰਕ ਕਰ ਲਾਂ। ਸੋ ਕੇਂਦਰ ਮਾਰਕ ਕਰ ਰਿਹਾ। ਲੋ ਜੀ, ਮੈਂ ਕੇਂਦਰ ਮਾਰਕ ਕਰ ਲਿਆ। ਇਹ ਮੇਰਾ ਕੇਂਦਰ ਆ ਗਿਆ, ਮੈਂ ਇਹਨੂੰ O ਕਹਿ ਲਿਆ, ਠੀਕ ਹੈ। ਉਹ ਕੇਂਦਰ, ਉਹ ਕਹਿੰਦਾ ਕੇਂਦਰ O ਲੈਣਾ ਹੈ, ਬਟ ਯਾਦ ਰੱਖਿਓ ਆਪਣੇ ਕੋਲੇ 4 ਸੈਂਟੀਮੀਟਰ ਤੇ 2.5 ਸੈਂਟੀਮੀਟਰ ਦੇ ਦੋ ਚੱਕਰ ਜ਼ਰੂਰ ਖਿੱਚਣੇ ਹਨ, ਬਟ ਉਹ ਇਸੇ ਕੇਂਦਰ ਨੂੰ ਲੈ ਕੇ ਖਿੱਚਣੇ ਹਨ। ਤਾਂ ਸਭ ਤੋਂ ਪਹਿਲਾਂ 2.5 ਲੈਣੇ ਹਾਂ ਆਪਾਂ। ਸੋ ਸਾਰੇ ਬੱਚੇ 2.5 ਖੋਲੋ ਜੀ ਪ੍ਰਕਾਰ ਨੂੰ। ਆ ਲਓ, ਹੁਣ ਮੇਰੇ ਕੋਲ ਪ੍ਰਕਾਰ ਪੂਰੀ ਟਾਈਟ ਹੈ ਚੰਗੀ ਤਰ੍ਹਾਂ, ਸੋ ਪ੍ਰੋਬਲਮ ਨਹੀਂ ਆਏਗੀ। 2.5 ਵਾਲੀ ਪ੍ਰਕਾਰ ਮੈਂ ਲੈ ਲਈ ਹੈ। ਲੈ ਕੇ ਮੈਂ ਪਹਿਲਾ ਚੱਕਰ ਡਰਾ ਕਰਨ ਲੱਗਾ ਹਾਂ। ਲਓ ਜੀ, 2.5 ਸੈਂਟੀਮੀਟਰ ਵਾਲਾ ਚੱਕਰ। ਤਾਂ ਜਿਹੜਾ ਹੁਣ ਇਹ ਅਰਧ ਵਿਆਸ, ਆਪਾਂ ਇੱਕ ਵਾਰੀ ਅਰਧ ਵਿਆਸ ਦੇਖ ਲਈਏ ਆਪਣੇ ਕੋਲੇ। ਸੋ ਜਿਹੜਾ ਇਹ ਅਰਧ ਵਿਆਸ ਮੈਂ ਲਿਆ ਹੈ, ਇਸ ਵਨ ਇਹ ਅਰਧ ਵਿਆਸ ਲਿਆ ਹੈ, ਇਹ 2.5 ਸੈਂਟੀਮੀਟਰ, ਠੀਕ ਹੈ। 2.5 ਸੈਂਟੀਮੀਟਰ ਲੈ ਕੇ ਪਹਿਲਾ ਚੱਕਰ ਆਪਾਂ ਡਰਾ ਕਰ ਚੁੱਕੇ ਹਾਂ। ਹੁਣ ਆਪਾਂ ਦੂਸਰਾ ਚੱਕਰ ਡਰਾ ਕਰਨਾ ਹੈ, ਬਟ ਯਾਦ ਰੱਖਿਓ ਮੇਕ ਸ਼ੋਰ ਕੇਂਦਰ ਇਹੀ ਲੈਣਾ ਬੇਟੇ। ਸੋ 4 ਖੋਲਣਾ ਵਾ। ਤਾਂ ਸਾਰੇ ਬੱਚੇ ਫਟਾਫਟ 4 ਖੋਲੋ ਜੀ। ਲੋ 4 ਆਪਾਂ ਖੋਲਦੇ। 4 ਸੈਂਟੀਮੀਟਰ, ਐਗਜ਼ੈਕਟਲੀ 4 ਸੈਂਟੀਮੀਟਰ। ਬਟ ਸਾਰੇ ਬੱਚਿਆਂ ਨੂੰ ਨਾ ਸਕੇਲ ਲੈਣ 'ਚ ਪ੍ਰੋਬਲਮ ਆਉਂਦੀ ਹੈ, ਕਈ ਵਾਰ ਇੱਦਾਂ ਰੱਖ ਕੇ ਵੀ ਲੈਂਦੇ ਹਨ। ਤਾਂ ਮੈਂ ਕਈ ਵਾਰ ਕੀ ਕਰਦਾ ਹੁੰਦਾ, ਮੈਂ ਪਹਿਲਾਂ ਹੀ ਮੇਰਾ ਹੀ ਸਕੇਲ ਹੈ, ਤਾਂ ਮੈਂ ਆਪਣੇ ਸਕੂਲ 'ਤੇ ਇੱਥੇ ਹੀ ਪਹਿਲਾਂ ਹੋਲ ਬਣਾ ਲੈਂਦਾ ਹਰ ਵਾਰ। ਤਾਂ ਉਹ ਹੋਲ ਦੇ ਨਾਲ ਪ੍ਰੋਪਰਲੀ ਮੈਂ 4 ਲਗਾ ਸਕਦਾ। ਸੋ 4 ਲੈ ਕੇ ਡਰਾ ਕਰ ਸਕਦਾ। ਕੋਈ ਵੀ ਆਪਾਂ ਮੇਜਰ ਲੈਣਾ ਹੋਵੇ ਤਾਂ ਮੈਂ ਆਲਵੇਜ਼ ਕੀ ਕਰਦਾ ਹੁੰਦਾ, ਆਪਣੇ ਸਕੇਲ 'ਤੇ ਇੱਥੇ ਹੋਲ ਬਣਾ ਲੈਣਾ ਛੋਟਾ ਜਿਹਾ, ਉਹਦੇ ਨਾਲ ਮੈਨੂੰ ਮਾਪ ਲੈਣਾ ਸੌਖਾ ਹੋ ਜਾਂਦਾ। ਸੋ ਇੱਕ ਹੀ ਕੇਂਦਰ ਲੈ ਕੇ
4 ਸੈਂਟੀਮੀਟਰ ਤੇ 2.5 ਸੈਂਟੀਮੀਟਰ ਦੇ ਦੋ ਚੱਕਰ ਖਿੱਚਣੇ ਸੀ। ਆਲਰੇਡੀ ਪਹਿਲਾ ਜਿਹੜਾ ਆਪਾਂ ਸਰਕਲ ਆ 2.5 ਸੈਂਟੀਮੀਟਰ ਦਾ ਬਣਾ ਚੁੱਕੇ ਆ। ਨੈਕਸਟ ਆਪਾਂ ਹੁਣ 4 ਮੈਂ ਖੋਲ ਚੁੱਕਾ, ਸੇਮ ਕੇਂਦਰ ਲੈ ਕੇ, ਲਓ ਜੀ ਸੇਮ ਕੇਂਦਰ ਤੇ ਰੱਖਿਆ ਤੇ ਹੁਣ ਆਪਾਂ ਡਰਾ ਕਰ ਰਹੇ ਹਾਂ। ਠੀਕ ਹੈ, ਪ੍ਰੋਪਰਲੀ ਤੁਸੀਂ ਪ੍ਰਕਾਰ ਬਣ ਕੇ ਜਿਸ ਤਰ੍ਹਾਂ ਵੀ ਤੁਸੀਂ ਪਕੜਨਾ, ਜਿਸ ਤਰ੍ਹਾਂ ਤੁਹਾਨੂੰ ਕੰਫਰਟੇਬਲ ਲੱਗਦਾ ਹੈ। ਬਹੁਤ ਸਾਰੇ ਬੱਚੇ ਜਿਵੇਂ ਸਰਕਲ ਡਰਾ ਨਹੀਂ ਹੋ ਪਾ ਰਿਹਾਗਾ, ਹੋ ਸਕਦਾ ਕਿ ਉਹਨਾਂ ਦੇ ਪ੍ਰਕਾਰ ਦਾ ਜਿਹੜਾ ਨੁਕੀਲਾ ਹਿੱਸਾ ਹੋਵੇ ਸਹੀ ਨਾ ਹੋਵੇ, ਪ੍ਰੋਪਰਲੀ ਨੀਚੇ ਗੱਡਿਆ ਨਾ ਗਿਆ ਹੋਵੇ, ਹੋ ਸਕਦਾ ਪ੍ਰਕਾਰ ਢਿੱਲੀ ਹੋਵੇ। ਸੋ ਕੋਸ਼ਿਸ਼ ਕਰਨੀ ਹੈ ਕਿ ਪ੍ਰਕਾਰ ਤੁਹਾਡੀ ਪ੍ਰੋਪਰਲੀ ਟਾਈਟ ਹੋਵੇ, ਉਹਦੇ ਵਿੱਚ ਤੁਹਾਡੇ ਕੋਲ ਚਾਬੀ ਵਗੈਰਾ ਨਾਲ ਮਿਲਦੀ ਹੈ। ਸੋ ਬੱਚਿਓ 2.5 ਸੈਂਟੀਮੀਟਰ ਤੇ 4 ਸੈਂਟੀਮੀਟਰ ਦੇ ਦੋ ਚੱਕਰ ਖਿੱਚਣੇ ਸੀਗੇ, ਪਰ ਕੇਂਦਰ ਉਨਾ ਹੀ ਲੈਣਾ ਸੀਗਾ। ਹੁਣ ਇੱਕ ਵਾਰ ਡਰਾ ਕਰ ਲਈਏ, ਜਿਹੜਾ ਇਹ ਆਪਣੇ ਕੋਲੇ ਆਇਆ ਹੈ ਇੰਨਾ, ਇਹ ਟੋਟਲ ਕਿੰਨਾ ਹੈ ਆਪਣੇ ਕੋਲ? ਟੋਟਲ ਇਹ ਸਾਰਾ 4 ਸੈਂਟੀਮੀਟਰ ਆਇਆ ਹੈ। ਹੁਣ ਤੁਹਾਡੇ ਕੋਲੇ ਦੋ ਸਰਕਲ ਕੰਸੈਂਟਰਿੰਗ ਕਹਿੰਦੇ ਆਪਾਂ, ਇੱਕੋ ਸੈਂਟਰ ਵਾਲੇ ਸਰਕਲ ਬਣ ਚੁੱਕੇ ਹਨ। ਪਹਿਲਾ ਸਰਕਲ ਜਿਹੜਾ ਹੈ ਉਹਦਾ ਅਰਧ ਵਿਆਸ ਕਿੰਨਾ ਹੈ? 2.5 ਸੈਂਟੀਮੀਟਰ ਹੈ, ਤੇ ਜਿਹੜਾ ਦੂਸਰਾ ਸਰਕਲ ਹੈ ਉਹਦਾ ਕਿੰਨਾ ਹੈ ਆਪਣੇ ਕੋਲੇ? 4 ਸੈਂਟੀਮੀਟਰ ਹੈ। ਸੋ ਆਪਾਂ ਅਗਲਾ ਸਵਾਲ ਕਰਦੇ ਹਾਂ। ਨੈਕਸਟ ਸਵਾਲ ਪੜੋ ਮੇਰੇ ਨਾਲ ਸਾਰੇ ਬੱਚੇ, ਚਲੋ ਜੀ ਸ਼ਾਬਾਸ਼। ਇੱਕ ਚੱਕਰ ਅਤੇ ਉਸ ਦੇ ਕੋਈ ਦੋ ਵਿਆਸ ਖਿੱਚੋ ਜੀ। ਇੱਕ ਚੱਕਰ ਤੇ ਉਹਦੇ ਕੋਈ ਵੀ ਦੋ ਵਿਆਸ ਖਿੱਚੋ। ਜੇਕਰ ਤੁਸੀਂ ਇਹਨਾਂ ਵਿਆਸ ਦੇ ਸਿਰਿਆਂ ਨੂੰ ਜੋੜ ਦਿਓ, ਜਿਹੜੇ ਵਿਆਸ ਦੇ ਸਿਰੇ ਜੋੜਨੇ ਆ, ਤਾਂ ਕਿਹੜੀ ਆਕ੍ਰਿਤੀ ਪ੍ਰਾਪਤ ਹੋਏਗੀ? ਜੇਕਰ ਵਿਆਸ ਆਪਸ ਵਿੱਚ ਲੰਬ ਹੋਣ ਤਾਂ ਫਿਰ ਕਿਹੜੀ ਪ੍ਰਾਪਤ ਹੋਏਗੀ? ਸੋ ਪਹਿਲਾਂ ਇਦਾਂ ਕਰਦੇ ਆ, ਇੱਕ ਸਰਕਲ ਡਰਾ ਕਰਦੇ ਆ, ਸਰਕਲ ਡਰਾ ਕਰਨ ਤੋਂ ਬਾਅਦ ਵਿਆਸ ਡਰਾ ਕਰਦੇ ਆ ਦੋ, ਫਿਰ ਬਾਅਦ ਚ ਦੇਖਾਂਗੇ ਕੀ ਬਣਦਾ ਹੈ। ਸੋ ਪਹਿਲਾ ਸਰਕਲ ਡਰਾ ਕਰਨ ਜਾ ਰਿਹਾ ਮੈਂ, ਜਿੰਨਾ ਮਰਜੀ ਖੋਲ ਕੇ ਕਰ ਸਕਦੇ ਆ ਬੇਟੇ, ਮੈਂ ਉਹੀ 4 ਸੈਂਟੀਮੀਟਰ ਖੋਲਿਆ ਸੀ, ਉਨਾ ਹੀ ਲੈ ਲਿਆ। ਸੋ ਆ ਲਓ ਜੀ, ਸਰਕਲ ਡਰਾ ਕਰ ਲਿਆ। ਮੈਂ ਸੈਂਟਰ ਜ਼ਰੂਰ ਮਾਰਕ ਕਰ ਲਵਾਂ, ਸੈਂਟਰ ਨਾ ਮਿਸ ਹੋ ਜਾਵੇ, ਕਿਉਂਕਿ ਸੈਂਟਰ ਨੂੰ ਮੈਂ ਉਹ ਰੱਖ ਲਿਆ ਨੇਮ, ਤੁਹਾਡੀ ਇੱਛਾ ਹੈ ਜੋ ਮਰਜੀ ਰੱਖ ਸਕਦੇ ਆ। ਸੋ ਮੈਂ ਉਹ ਸੈਂਟਰ ਲੈ ਕੇ ਇੱਕ ਚੱਕਰ ਡਰਾ ਕਰ ਲਿਆ। ਉਸ ਤੋਂ ਬਾਅਦ ਇਸ ਤੇ ਕੋਈ ਦੋ ਵਿਆਸ ਖਿੱਚਣੇ ਹਨ, ਤਾਂ ਦੋ ਵਿਆਸ ਖਿੱਚਣੇ ਸ਼ੁਰੂ ਕਰਦੇ ਆ। ਪਹਿਲਾ ਵਿਆਸ, ਵਿਆਸ ਤੁਹਾਨੂੰ ਪਤਾ ਕੀ ਹੁੰਦਾ ਆਪਣੇ ਕੋਲੇ? ਜੀਵਾ ਹੁੰਦੀ ਹੈ ਸਭ ਤੋਂ ਵੱਡੀ, ਪਰ ਜੋ ਕੇਂਦਰ ਚੋਂ ਨਿਕਲਦੀ ਹੈ। ਠੀਕ ਹੈ, ਸਰਕਲ ਨੂੰ ਟੱਚ ਕਰਦੀ ਹੈ ਬਟ ਕੇਂਦਰ ਚੋਂ ਨਿਕਲਦੀ ਹੈ। ਤਾਂ ਉਸ ਤੋਂ ਬਾਅਦ ਨੈਕਸਟ ਆ ਜਾਓ, ਦੂਸਰਾ ਬਣਾਉਂਦੇ ਹਾਂ ਆਪਣੇ ਕੋਲ, ਦੂਸਰਾ ਵਿਆਸ ਡਰਾ ਕਰਦੇ ਹਾਂ। ਲਓ ਜੀ, ਤਾਂ ਸੈਕੰਡ ਵਿਆਸ ਡਰਾ ਕਰ ਰਿਹਾ। ਲਓ ਜੀ, ਸੈਕੰਡ ਵਿਆਸ ਡਰਾ ਹੋ ਚੁੱਕਾ ਹੈ ਆਪਣੇ ਕੋਲੇ। तो सारे बच्चे फटाफट ड्रॉ कर लो। सो पहला व्यास मैं बना लिया, सैकेंड व्यास भी मैं बना लिया। ये दोनों व्यास बनाने तो बाद ਹੁਣ ਉਹ ਕੀ ਕਹਿੰਦਾ ਕਿ ਵਿਆਸ ਦੇ ਸਿਰਿਆਂ ਨੂੰ ਜੋੜ ਦਿੱਤਾ ਜਾਵੇ। ਸੋ ਵਿਆਸ ਦੇ ਸਿਰਿਆਂ ਨੂੰ ਜੋੜਿਆ ਜਾਵੇ ਬੱਚੇ, ਠੀਕ ਹੈ ਜੀ, ਓਕੇ। ਵਿਆਸ ਦੇ ਸਿਰਿਆਂ ਨੂੰ ਮੈਂ ਪਹਿਲਾਂ ਦੋ ਸਿਰੇ ਜੋੜ ਰਿਹਾ ਹਾਂ, ਫਿਰ ਆ ਵੀ ਜੋੜ ਰਿਹਾ ਹਾਂ, ਇਹਨਾਂ ਨੂੰ ਵੀ ਜੋੜ ਰਿਹਾ ਹਾਂ, ਇਹਨਾਂ ਨੂੰ ਵੀ ਜੋੜ ਰਿਹਾ। ਤਾਂ ਮੈਂ ਸਾਰੇ ਵਿਆਸ ਦੇ ਸਿਰੇ ਜਿਹੜੇ ਵੀ ਬਣਦੇ ਸੀ ਆਪਣੇ ਕੋਲੇ ਉਹਨਾਂ ਸਭ ਨੂੰ ਜੋੜ ਚੁੱਕਾ ਹੈ। ਇਹਨਾਂ ਨੂੰ ਜੋੜਨ ਤੋਂ ਬਾਅਦ ਇੱਕ ਵਾਰ ਜੋੜ ਲਓ ਸਾਰੇ ਬੱਚੇ, ਫਟਾਫਟ ਸਕੇਲ ਲੈ ਲਓ, ਸਕੇਲ ਲੈ ਕੇ ਵਿਆਸ ਦੇ ਸਿਰਿਆਂ ਨੂੰ ਜੋੜ ਲਓ। ਇਹਨਾਂ ਵਿਆਸ ਦੇ ਸਿਰਿਆਂ ਨੂੰ ਜੋੜਨ ਤੋਂ ਬਾਅਦ ਜਿਹੜੀ ਹੁਣ ਇਹ ਆਕ੍ਰਿਤੀ ਪ੍ਰਾਪਤ ਹੋ ਰਹੀ ਹੈ, ਮੈਂ ਆਕ੍ਰਿਤੀ ਦਾ ਨਾਮ ਰੱਖ ਲੈਂਦਾ ਹੈ, ਠੀਕ ਹੈ। ਫਿਰ ਤੁਸੀਂ ਦੱਸਿਓ ਬੱਚਿਓ ਕਿਹੜੀ ਹੈ, A B C D। ਤਾਂ ਇਹ ਮੈਂ ਆਕ੍ਰਿਤੀ ਡਰਾ ਕਰ ਲਈ, ਠੀਕ ਹੈ। ਤਾਂ ਹੁਣ ਸਾਰੇ ਬੱਚੇ ਦੱਸੋ ਕਿ ਇਹ ਜਿਹੜੀ ਆਕ੍ਰਿਤੀ ਪ੍ਰਾਪਤ ਹੋਈ ਹੈ A B C D, ਇਹ ਕਿਹੜੀ ਆਕ੍ਰਿਤੀ ਹੈ। ਬਹੁਤ ਸਾਰੇ ਬੱਚਿਆਂ ਨੇ ਨਾਮ ਦੱਸ ਵੀ ਦਿੱਤਾ ਹੈ ਆਪਣੇ ਕੋਲੇ। ਇਹ ਕਿਹੜੀ ਹੈ ਆਪਣੇ ਕੋਲੇ? ਚਤੁਰਭੁਜ, ਠੀਕ ਹੈ। ਚਤੁਰਭੁਜ, ਚਤੁਰਭੁਜ ਡਰਾ ਹੋਈ ਹੈ ਆਪਣੇ ਕੋਲੇ। ਕੁਆਡਰੀਲੇਟਰ ਕਹਿ ਦਿੰਦੇ ਆਪਾਂ, ਕੁਐਡ ਕਹਿ ਦਿੰਦੇ, ਕੁਆਡਰੀਲੇਟਰ ਕਹਿ ਦਿੰਦੇ। ਕੁਝ ਬੱਚਿਆਂ ਨੇ ਚਤੁਰਭੁਜ ਦੇ ਵਿੱਚ ਸਪੈਸੀਫਿਕ ਦੱਸਿਆ ਹੋਏਗਾ ਕਿ ਇਹ ਸ਼ਾਇਦ ਆਇਤ ਬਣ ਗਈ ਹੈ, ਟਾਈਪ ਆਫ ਆਇਤ ਲੱਗ ਰਹੀ ਹੈ ਥੋੜੀ ਜਿਹੀ, ਠੀਕ ਹੈ, ਆਇਤ ਬਣ ਗਈ ਹੈ। ਕੁਝ ਬੱਚੇ ਕਹਿ ਰਹੇ ਹੋਣਗੇ ਕਿ ਆਇਤ ਹੈ, ਠੀਕ ਹੈ। ਸੋ ਹਾਂ, ਯਸ, ਇਹ ਆਇਤ ਲੱਗ ਰਹੀ ਹੈ ਕਿਉਂਕਿ ਉੱਪਰਲੀ ਤੇ ਥੱਲੇ ਸਾਈਡ, ਸਾਹਮਣੇ ਵਾਲੀ ਸਾਈਡ ਬਰਾਬਰ ਆ ਰਹੀਆਂ ਹਨ, ਵਿਆਸ ਲਏ ਹਨ, ਤੇ ਦੋਨੋਂ ਆਪੋਜੀਟ ਸਾਈਡ ਵੀ ਬਰਾਬਰ ਆ ਰਹੀਆਂ ਹਨ। ਸੋ ਇਹ ਆਇਤ ਹੈ, ਬਟ ਬੇਸਿਕਲੀ ਇਹ ਕੀ ਹੈ ਆਪਣੇ ਕੋਲ? ਇੱਕ ਚਤੁਰਭੁਜ ਹੈ। ਸੋ ਹੁਣ ਉਹ ਅੱਗੇ ਕਹਿ ਰਿਹਾ ਹੈ ਕਿ ਜੇ ਤੁਸੀਂ 90 ਦਾ ਕੋਣ ਲੈ ਲੈਂਦੇ, ਇੱਕ ਵਿਆਸ ਲੈਂਦੇ ਤੇ ਦੂਸਰਾ ਵਿਆਸ ਵੀ ਲੰਬ ਹੁੰਦਾ ਉਹਨੂੰ, ਫਿਰ ਕਿਹੜੀ ਕਰਦੇ? ਆਪਾਂ ਇਸ ਤਰ੍ਹਾਂ ਕਰਦੇ ਹਾਂ, ਪਹਿਲਾਂ ਇੱਕ ਵਾਰੀ ਦੁਬਾਰਾ ਸਰਕਲ ਡਰਾ ਕਰਦੇ, ਸਰਕਲ ਡਰਾ ਕਰਕੇ ਫਿਰ ਦੇਖਦੇ ਹਾਂ। ਮੈਂ ਸਰਕਲ ਡਰਾ ਕੀਤਾ,
ओके सर्कल ड्रॉ कर लिया, केंद्र मार्क कर लिया एक बारी। हाँ जी सारे बच्चे कर लो ही फटाफट, कितना मर्जी खोल लो प्रकार, तुहाडी इच्छा है प्रकार, क्योंकि हुण रिस्ट्रिक्शन नहीं लगी हुई। सो प्रकार खोल लो, प्रकार खोल के तुसी मार्क कर लो, सर्कल बना लो अपने को। तो मैं सर्कल बना रहा। हुण वो कहंदा व्यास जिहड़े आपस च जे 90 ते होण, फिर किस तरह की आकृति, क्योंकि हुणे आयत लग रही सीगी। सो मैं पहला एक व्यास ड्रॉ कर लेना, फिर दूसरा व्यास मैं 90 ते ड्रॉ करने की कोशिश करूँगा। आ लो मेरा एक व्यास ड्रॉ हो गया, मैं नाम रख लेना ਇਹਦਾ ए बी नाम रख लिया। सारे बच्चे ड्रॉ कर लो। ਹੁਣ ਤੁਹਾਡੇ ਕੋਲੇ ਦੋ ਚੀਜ਼ਾਂ ਸੀਗੀਆਂ ਜਿਓਮੈਟਰੀ ਬਾਕਸ ਦੇ ਵਿੱਚ, ਇੱਕ ਤਾਂ ਸੈਟ ਸਕੁਅਰ ਸੀਗਾ, ਈਵਨ ਤੁਹਾਡੇ ਕੋਲ ਕੋਣ ਮਾਪਕ ਪ੍ਰੋਟੈਕਟਰ ਵੀ ਸੀਗਾ। ਤੁਸੀਂ ਹੁਣ 90 ਦਾ ਕੋਣ ਬਣਾਉਣਾ ਹੈ, ਤੁਸੀਂ ਕਿਸੇ ਨਾਲ ਵੀ ਬਣਾ ਸਕਦੇ ਹੋ, ਠੀਕ ਹੈ ਜੀ। ਇਹਦੇ ਨਾਲ ਵੀ ਬਣਾ ਸਕਦੇ ਹੋ, ਸੈਟ ਸਕੁਅਰ ਨਾਲ, ਪ੍ਰੋਟੈਕਟਰ ਨਾਲ ਵੀ ਬਣਾ ਸਕਦੇ ਹੋ। ਤਾਂ ਮੈਂ ਸੈਟ ਸਕੁਅਰ ਨਾਲ ਡਰਾਅ ਕਰ ਰਿਹਾ 90 ਦਾ ਕੋਣ। ਆ ਲਓ ਜੀ ਦੇਖੋ ਆ 90 ਵਾਲਾ ਹੀ ਐਂਗਲ ਹੈ, ਸੋ ਮੈਂ ਇਹਦੇ ਨਾਲ ਬਿਲਕੁਲ ਮੈਚ ਕੀਤਾ, मैच करके 90 का कोण एग्जैक्टली बना रहा। ठीक है जी, हुण मैं इहनूं अगे वधा दिंदा, अगे वधाता जी अपने कोले। सो ये हुण दोनों आपस की हैं 90 ते हैं, ये 90 का कोण है, लंब हैं, 90 डिग्री का कोण बनया है। सो ये दोनों आपस की हैं, लंब हैं। हुण जे दोनों आपस च लंब हैं, 90 का कोण बनया होया, तो हुण जे आपां व्यास नूं आपस च मिलाईए, स्केल ले लो सारे बच्चे, इनू आप सी डी कह लें हाँ, ये वाला व्यास मान लो आप सी डी ले लें हाँ। ठीक है, हुण आप व्यास के सिरे मिलाने हाँ, फिर देखते हैं कि की बनया है। मैं पहला सिरा मिला लिया, सारे मिला लो बच्चे। फिर हुण मैं दूसरा सिरा मिला रहा, नैक्सट सिरा मिलाने तीसरा, लास्ट चौथा सिरा मिलाने हैं। ओके जी, सारे बच्चों ने मैनूं लगदा सिरे मिला ले होणगे व्यास दे। हुण देख के दसो बच्चों कि तुहानूं किस तरह की आकृति लग रही है। नो डाउट पहली गल सारे बच्चे कह रहे होंगे चार भुजावां की आकृति है, तो यह चतुर्भुज तो है ही है, डाउट ही कोई नहीं उस। सारे बच्चों ने सही किया होगा कि चतुर्भुज जां क्वाड्रिलेटरल, दैट्स ए क्वाड्रिलेटरल। बट हुण ਜਿਹੜੀ ਗੱਲ ਹੈਗੀ ਆ ਕਿ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਦੇਖਣ ਨੂੰ ਲੱਗ ਰਹੀ ਹੈ। ਠੀਕ ਹੈ, ਕੁਝ ਕਈਆਂ ਨੇ ਉਹਨਾਂ ਨੂੰ ਲੱਗਿਆ ਹੋਵੇਗਾ ਕਿ ਟਾਈਪ ਆਫ ਸਮਚਤੁਰਭੁਜ, ਰੋਮਬਸ ਜਾਂ ਵਰਗ ਕਹਿ ਲਓ। ਜੇ ਮੈਂ ਥੋੜਾ ਘੁਮਾ ਕੇ ਦੇਖਾਂ ਇਸ ਤਰ੍ਹਾਂ ਤਾਂ ਮੈਨੂੰ ਵਰਗ ਲੱਗ ਰਿਹਾ, ਜੇ ਇਸ ਤਰ੍ਹਾਂ ਕਰਾਂ ਤਾਂ ਬਰਫੀ ਲੱਗ ਰਹੀ ਹੈ, ਸਮਚਤੁਰਭੁਜ ਲੱਗ ਰਹੀ ਹੈ। ਤਾਂ ਦੋਨਾਂ ਦੀ ਪ੍ਰੋਪਰਟੀ ਸੇਮ ਹੁੰਦੀਆਂ ਹਨ ਆਪਣੇ ਕੋਲੇ। ਸੋ ਇਹ ਕੀ ਹੈ ਆਪਣੇ ਕੋਲੇ, ਸਮਚਤੁਰਭੁਜ ਜਾਂ ਕਹਿ ਲਓ ਵਰਗ ਕਹਿ ਲਓ, ਵਰਗ ਸਮਚਤੁਰਭੁਜ ਵੀ ਕਹਿ ਸਕਦੇ ਹਾਂ। ਪਰ ਵਰਗ ਦੀ ਪ੍ਰੋਪਰਟੀ ਇਸ ਕੋਲੇ ਹੈ, ਕਿਉਂ? क्योंकि कारण कि दोनों व्यास बराबर हैं, दोनों चीज़ां बराबर हैं। समचतुर्भुज को एक अलग प्रॉपर्टी होंगी है कि वो दोनों बराबर नहीं भी होंगे। ठीक है, कई बार उन्होंने समचतुर्भुज कहते हैं। तो दैट्स वाई आप की कहांगे ये वर्ग में भी समचतुर्भुज भी तुसीं कह सकते हैं। तो एक बार सवाल इसनूं दुबारा देख लीए। ठीक है, लो दुबारा देखते हैं। एक चक्कर अते उसदे कोई दो व्यास खिंचो। चक्कर मैं लिया, चक्कर तुसीं जिन्ना मर्जी खोल के लै सकते, जो रिस्ट्रिक्शन नहीं हैगी, तो अपनी मर्जी नाल जिन्ना मर्जी खोल लो। सो मैं चक्कर ड्रॉ कर लिया, उस तो बाद दो व्यास खिंचने। व्यास की हुंदा अपने को सेंटर चों निकलती हुई जीवा, सो केंद्र चों निकलती हुई जीवा। तो केंद्र मैं पहले ही मार्क किया, तो दो जीवा ड्रॉ कीतियां, व्यास ड्रॉ किए AC ते PD। ये दोनों ड्रॉ करने तो बाद इन्हां दे सिरिਆਂ ਨੂੰ मिलाया, ਜਿਹੜੇ भी सिरे सी व्यास दे चारों सिरिਆਂ ਨੂੰ मिलाया। इन्हां सिरिਆਂ ਨੂੰ मिलाउण तो बाद जो आकृति तुहानूं प्राप्त हो रही सी, वो आकृति दसनी सी आपां किहड़ी आकृति है। तो बहुत सारे बच्चों के मन 'ਚ सब तो पहली चीज़ जिहड़ी आई होगी वो यही आई होगी कि चतुर्भुज है। ठीक है, चतुर्भुज ਲਈ ਹੋਏਗੀ ਉਹਨਾਂ ਨੇ। सो पर चतुर्भुज देख के जे मैं पर्टिकुलर पूछा कि किस टाइप की चतुर्भुज है अपने को, तो ये की लग रही सी अपने को देखण नूं, सारिया प्रॉपर्टियां आमने सामने दी भुजावां बराबर, एक कोण 90 दे आ रहे हैं। तो ये की है अपने को, आयत है। ओके जी, इस ते उन्हें कहा सी कहंदा जे यही व्यास तुसीं, मैं व्यास लंब नहीं लए, एक कोण मेरे 90 दे नहीं सन, एक कोण मेरे 90 दे नहीं सन। सो ये लंब नहीं सन रखावा, ये व्यास लंब नहीं सन। पर जे यही व्यास आपस च लंब होण तां मैं वो सैकेंड लिया सी अपने कोले। वो च की कीता सी आपां, एक सर्कल ड्रॉ किया, ड्रॉ करन तो बाद व्यास लए दो। ठीक है, AB ते CD दो व्यास लए, बट वो व्यास मैं बनाए की सी अपने कोले 90 ते। काते लए सी अपने को 90 ते। 90 ते लैण लई तुहानूं की किहा सीगा, तुसीं सैट स्क्वायर भी यूज़ कर सकते हो, तुसीं
ਰੱਖ ਕੇ ਪ੍ਰੋਟੈਕਟਰ ਵੀ ਯੂਜ਼ ਕਰ ਸਕਦੇ ਹੋ ਤੇ 90 ਦਾ ਕੋਣ ਬਣਾ ਸਕਦੇ ਹੋ। ਦੋਨੋਂ ਵੇ ਨਾਲ ਤੁਸੀਂ 90 ਦਾ ਕੋਣ ਬਣਾ ਸਕਦੇ ਹੋ। ਉਹ ਬਣਾਉਣ ਤੋਂ ਬਾਅਦ ਜਿਹੜੀ ਸਿਰਿਆਂ ਨੂੰ ਜੋੜਿਆ, ਸਿਰਿਆਂ ਨੂੰ ਜੋੜਨ ਤੋਂ ਬਾਅਦ ਜਿਹੜੀ ਆਕ੍ਰਿਤੀ ਪ੍ਰਾਪਤ ਹੋਈ ਉਹ ਆਕ੍ਰਿਤੀ ਕਿਹੜੀ ਸੀਗੀ? ਨੋ ਡਾਊਟ ਚਤੁਰਭੁਜ ਤਾਂ ਸੀ, ਕੋਆਰਡੀਨੇਟਰ ਤਾਂ ਉਹ ਸੀ, ਬਟ ਉਹਦੇ ਕੋਲ ਇੱਕ ਸੈਕੰਡ ਪ੍ਰੋਪਰਟੀ ਹੋਰ ਵੀ ਸੀ। ਉਹ ਕੀ ਸੀ ਆਪਣੇ ਕੋਲੇ? ਵਰਗ। ਉਹ ਮੈਂ ਵੀ ਸਮਚਤੁਰਭੁਜ ਕਹਿ ਸਕਦੇ ਆ। ਵਰਗ ਦੀਆਂ ਸਾਰੀਆਂ ਪ੍ਰੋਪਰਟੀਆਂ ਸਮਚਤੁਰਭੁਜ ਦੀਆਂ ਵੀ ਪ੍ਰੋਪਰਟੀਆਂ ਹਨ। ਠੀਕ ਹੈ, ਉਹ ਦੋਨੋਂ ਤੁਹਾਨੂੰ ਪਤਾ ਹੈ ਸੇਮ ਹੁੰਦੀ ਹੈ। ਵਰਗ ਉਹਦਾ ਪਾਰਟਿਕੂਲਰ ਪੋਰਸ਼ਨ ਹੁੰਦਾ ਹੈ। ਸੋ ਆਪਾਂ ਇੱਕ ਨੈਕਸਟ ਸਮ ਹੋਰ ਕਰਕੇ ਦੇਖਦੇ ਹਾਂ। ਓਕੇ ਜੀ, ਇੱਕ ਚੱਕਰ ਬਣਾਉਣਾ ਹੈ। ਪਹਿਲਾਂ ਇੱਕ ਚੱਕਰ ਬਣਾ ਲਓ। ਉਹਨੇ ਕਿਹਾ ਕਿ ਚੱਕਰ ਜਿੱਡਾ ਮਰਜ਼ੀ ਤੁਸੀਂ ਬਣਾ ਸਕਦੇ ਹੋ। ਮੈਂ ਇੱਕ ਚੱਕਰ ਡਰਾ ਕਰ ਲਿਆ। ਸਾਰੇ ਬੱਚੇ ਮੇਰੇ ਨਾਲ ਫਟਾਫਟ ਚੱਕਰ ਡਰਾ ਕਰ ਲਓ ਤੇ ਕੇਂਦਰ ਮਾਰਕ ਕਰ ਲਓ। ਕੇਂਦਰ ਮਾਰਕ ਕਰ ਲਓ, ਕੋਈ ਪਾਰਟਿਕੂਲਰ ਗੱਲ ਨਹੀਂ ਕਹੀ ਗਈ। ਮੈਂ ਉਹ ਕੇਂਦਰ ਲੈ ਲਿਆ। ਤਾਂ ਕੇਂਦਰ ਮਾਰਕ ਕਰ ਚੁੱਕੇ ਹਾਂ ਆਪਾਂ, ਚੱਕਰ ਬਣਾ ਚੁੱਕੇ ਹਾਂ। ਕੁਐਸਚਨ ਪੜ੍ਹ ਲਈਏ ਇੱਕ ਵਾਰੀ ਸਾਰੇ। ਹੁਣ ਇੱਕ ਚੱਕਰ ਬਣਾਓ, ਬਣਾ ਲਿਆ। ਬਿੰਦੂ A B C ਅੰਕਿਤ ਕਰਨੇ ਕਿਸ ਤਰ੍ਹਾਂ? ਤਾਂ ਸਕੈਚ ਪੈਨ ਮੈਂ ਲੈ ਰਿਹਾ ਤੇ ਲੈ ਕੇ ਅੰਕਿਤ ਕਰ ਰਿਹਾ। ਇਹ ਚੱਕਰ ਤੇ ਸਥਿਤ ਹੋਵੇ ਉੱਪਰ। ਆ ਲੋ, ਇਹ ਚੱਕਰ ਤੇ ਸਥਿਤ ਹੋਵੇ। ਇਹ ਚੱਕਰ ਆਈ, ਠੀਕ ਹੈ। ਇਹਨਾਂ ਬਿੰਦੂਆਂ ਨੇ ਮਿਲ ਕੇ ਚੱਕਰ ਬਣਾਇਆ ਤਾਂ ਉਹਨਾਂ ਚੋਂ ਇੱਕ ਬਿੰਦੂ ਦੱਸਣਾ ਵਾ A ਬਿੰਦੂ। ਉਸ ਤੋਂ ਬਾਅਦ B ਚੱਕਰ ਦੇ ਅੰਦਰ ਸਥਿਤ ਹੋਵੇ। B ਕਿਤੇ ਵੀ ਅੰਦਰ ਲੈ ਲਓ, ਤੁਹਾਡੀ ਇੱਛਾ ਹੈ। ਮੈਂ B ਇੱਥੇ ਲੈ ਲਿਆ। B ਚੱਕਰ ਦੇ ਅੰਦਰ ਸਥਿਤ ਹੋਵੇ ਤੇ C ਚੱਕਰ ਦੇ ਕਿਤੇ ਬਾਹਰ ਸਥਿਤ ਹੋਵੇ। ਬਾਹਰ ਸਾਰਾ ਏਰੀਆ ਹੈ ਆਪਣੇ ਕੋਲ, ਤੁਸੀਂ ਕੋਈ ਵੀ ਲੈ ਸਕਦੇ ਹੋ, ਕਿਤੇ ਵੀ ਲੈ ਸਕਦੇ ਹੋ, ਤੁਹਾਡੀ ਇੱਛਾ ਹੈ। ਮੈਂ ਇੱਥੇ ਲੈ ਰਿਹਾ C ਬਿੰਦੂ। ਸੋ ਇਹ ਚੱਕਰ ਤੇ ਸਥਿਤ ਹੋਵੇ। ਚੱਕਰ ਤੇ ਮੀਨ ਜਿਹੜੇ ਬਿੰਦੂ ਮਿਲ ਕੇ ਚੱਕਰ ਨੂੰ ਬਣਾ ਰਹੇ ਆ ਉਹਨਾਂ ਚੋਂ ਕੋਈ ਇੱਕ ਬਿੰਦੂ। ਤਾਂ ਮੈਂ ਇਹ A ਲਿਆ, ਤੁਸੀਂ ਇਹ ਕਿਤੇ ਵੀ ਲੈ ਸਕਦੇ ਹੋ। ਫਿਰ B ਚੱਕਰ ਦੇ ਅੰਦਰ ਸਥਿਤ ਹੋਵੇ ਤਾਂ B ਬਿੰਦੂ ਮੈਂ ਚੱਕਰ ਦੇ ਅੰਦਰ ਲਿਆ। ਉਹ ਵੀ ਹੈਗਾ ਆਲਰੇਡੀ ਪਹਿਲਾਂ, ਪਰ ਉਹਨੇ B ਕਿਹਾ ਤਾਂ ਮੈਂ B ਲਿਆ। C ਚੱਕਰ ਦੇ ਬਾਹਰੀ ਭਾਗ ਸਥਿਤ ਹੋਵੇ ਤੇ C ਆਪਾਂ ਕਿੱਥੇ ਲਿਆ ਵਾ? ਬਾਹਰੀ ਭਾਗ ਦੇ ਵਿੱਚ ਸਥਿਤ ਹੋਇਆ। ਸੋ ਮੈਨੂੰ ਲੱਗਦਾ ਬੱਚਿਆਂ ਨੂੰ ਇਹ ਸਵਾਲ ਸਮਝ ਲੱਗ ਗਿਆ ਹੋਵੇਗਾ ਚੰਗੀ ਤਰ੍ਹਾਂ। ਹਾਂਜੀ ਪਿਆਰੇ ਵਿਦਿਆਰਥੀਓ, ਉਮੀਦ ਆ ਕਿ ਤੁਹਾਨੂੰ ਜੋ ਜਿਓਮੈਟਰੀ ਬਾਕਸ ਦੇ ਇਨਸਟਰੂਮੈਂਟ ਬਾਰੇ ਦੱਸਿਆ ਗਿਆ ਤੇ ਜੋ ਤੁਹਾਨੂੰ ਸਵਾਲ ਕਰਾਏ ਗਏ ਹਨ, ਪ੍ਰੈਕਟੀਕਲ ਕਰਾਏ ਗਏ ਹਨ, ਉਹ ਤੁਸੀਂ ਮੇਰੇ ਨਾਲ ਕਰਕੇ ਵੀ ਦੇਖੇ ਹੋਣਗੇ ਤੇ ਦੁਬਾਰਾ ਵੀ ਤੁਸੀਂ ਘਰੇ ਜਾ ਕੇ ਉਹ ਜ਼ਰੂਰ ਬੈਠ ਕੇ ਦੁਬਾਰਾ ਕਰਕੇ ਦੇਖੋਗੇ ਤੇ ਬਾਕੀ ਸਵਾਲ ਵੀ ਮੈਨੂੰ ਨੈਕਸਟ ਲੈਕਚਰ ਤੋਂ ਪਹਿਲਾਂ ਹੀ ਕਰਕੇ ਦਿਖਾ ਦੋਗੇ। ਤਾਂ ਉਮੀਦ ਕਰਦਾ ਤੁਹਾਨੂੰ ਸਭ ਕੁਝ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।